ਸੱਜਣੋ ਮਿੱਤਰੋ ਤੇ ਬੇਲੀਓ ਸਭ ਦੋਸਤਾਂ ਸੱਜਣਾ ਬੇਲੀਆਂ ਨੂੰ ਮੇਰੇ ਵੱਲੋਂ ਪ੍ਰੇਮ ਭਰਿਆ ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਤੇ ਨਮਸਕਾਰ। ਮੈਂ ਚੌਧਰੀ ਇਸਾਕ, ਮੇਰਾ ਤੁਸੀਂ YouTube ਚੈਨਲ ਵੇਖ ਰਹੇ ਹੋ ਸਾਂਝਾ ਪੰਜਾਬ। ਮੇਰੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਔਰ ਟੱਲੀ ਦਾ ਬਟਨ ਵੀ ਦਬਾਉਣਾ ਤਾਂ ਕਿ ਅਗਲੀ ਵੀਡੀਓ ਤੁਹਾਨੂੰ ਮਿਲਦੀ ਰਹੇ। ਮੈਂ ਅੱਜ ਜਿਹੜਾ ਤੁਹਾਡੇ ਕੋਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਇਹਦੇ ਵਿੱਚ ਇਹ ਵੇ ਕਿ 2 ਜੂਨ ਨੂੰ ਚਤਰਾਲ ਦੀ ਰਹਿਣ ਵਾਲੀ ਬੱਚੀ ਸੀ ਜਿਹਦਾ ਨਾਮ ਸਨਾ ਯੂਸਫ ਸੀ। ਉਹਨੂੰ ਉਹਦੇ ਘਰ ਵਿੱਚ ਜਾ ਕੇ ਇੱਕ ਲੜਕੇ ਨੇ ਜਿਹਨੇ ਉਹਨੂੰ ਜਿਹਦੇ ਨਾਲ ਉਹ ਦੋਸਤੀ ਕਰਨਾ ਚਾਹੁੰਦਾ ਸੀ ਜਾਂ ਜੋ ਵੀ ਸੀ, ਟਿਕਟਾਕਰ ਵੀ ਸੀ। ਸਨਾ ਯੂਸਫ FSC ਮੈਡੀਕਲ ਸਾਇੰਸ ਦੀ ਸਟੂਡੈਂਟ ਸੀ ਔਰ ਟਿਕਟਾਕਰ ਵੀ ਸੀ। ਉਹਦੇ ਘਰ ਜਾ ਕੇ ਫੁੱਲਾਂ ਦਾ ਗੁਲਦਸਤਾ ਲੈ ਕੇ ਆ ਤੇ ਉਹਨੇ ਜਿਸ ਵੇਲੇ ਇਨਕਾਰ ਕੀਤਾ ਤਾਂ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਹ ਬੱਚੀ ਚਤਰਾਲ KPK ਦੀ ਰਹਿਣ ਵਾਲੀ ਸੀ ਔਰ ਇੱਥੇ ਆਪਣੇ ਵਾਲਦੈਨ ਦੇ ਨਾਲ ਰਹਿ ਰਹੀ ਸੀ ਔਰ FSC ਦੀ ਸਟੂਡੈਂਟ ਸੀ। ਗੱਲ ਇਹ ਵੇ ਕਿ ਇਹ ਜਿਹੜਾ ਬਹੁਤ ਜ਼ਿਆਉਲ ਹਕ ਦੇ ਦੌਰ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋਇਆ ਸੀ ਔਰ ਔਰਤ ਜਿਹੜੀ ਮਾਂ ਵੀ ਹੁੰਦੀ ਹੈ, ਜਿਹੜੀ ਭੈਣ ਵੀ ਹੁੰਦੀ ਹੈ, ਜਿਹੜੀ ਧੀ ਵੀ ਹੁੰਦੀ ਹੈ, ਉਹਨਾਂ ਨੂੰ ਇਹ ਅਜੇ ਤੱਕ ਨਾ ਕਿਧਰੋਂ ਇਨਸਾਫ ਮਿਲਦਾ, ਨਾ ਕਿਧਰੋਂ ਉਹਨਾਂ ਦੀ ਸੁਣਵਾਈ ਹੁੰਦੀ ਹੈ। ਬਾਅਦ ਜਿਵੇਂ ਇਸਲਾਮਾਬਾਦ ਵਿੱਚ ਕੁਛ ਅਰਸਾ ਪਹਿਲਾਂ ਰਿਮਸ਼ਾ ਮਸੀਹ ਨੂੰ ਇੱਕ ਮੌਲਵੀ ਨੇ ਇਸ ਕਰਕੇ ਉਹਦੇ 'ਤੇ ਇਲਜ਼ਾਮ ਲਾਇਆ ਕਿ ਉਹਨੇ ਕੁਰਾਨ ਸ਼ਰੀਫ ਸਾੜਿਆ। ਉਹ ਲੈਬਾਰਟਰੀ ਟੈਸਟ ਤੋਂ ਬਾਅਦ ਸਾਬਤ ਹੋਇਆ ਕਿ ਉਹ ਕੁਰਾਨ ਪਾਕ ਦੇ ਵਰਕੇ ਨਹੀਂ ਸਨ ਔਰ ਉਸ ਮੌਲਵੀ ਨੂੰ ਕੁਛ ਨਹੀਂ ਕਿਹਾ ਗਿਆ, ਉਹਨੂੰ ਛੱਡ ਦਿੱਤਾ ਗਿਆ। ਔਰ ਹੋਣਾ ਤਾਂ ਇਹ ਚਾਹੀਦਾ ਸੀ ਕਿ ਉਹਨੇ ਜਾਲਸਾਜ਼ੀ ਨਾਲ ਉਹਨੂੰ ਉਹ 'ਤੇ ਇਲਜ਼ਾਮ ਲਾਇਆ, ਉਹਦੇ FIR ਹੋਈ, ਉਹ ਪੁਲਿਸ ਕਸਟਡੀ 'ਚ ਰਹੀ ਔਰ ਉਹਨੂੰ ਜਿਹੜਾ ਸੀ ਉਹ ਸਜ਼ਾ ਦਿੱਤੀ ਜਾਂਦੀ ਮੌਲਵੀ ਨੂੰ। ਉਹਨੂੰ ਕੁਛ ਨਹੀਂ ਆਖਿਆ ਗਿਆ। ਖਾਲਦ ਉਹਦਾ ਨਾਂ ਸੀ। ਇਹ ਸ੍ਰੀ ਸਰਾਲ ਦੇ ਵਿੱਚ ਵਾਕਿਆ ਹੋਇਆ ਸੀ ਇਸਲਾਮਾਬਾਦ। ਔਰ ਉਸ ਤੋਂ ਬਾਅਦ 4 ਸਾਲ ਪਹਿਲੇ ਨੂਰ ਮੁਕੱਦਮ ਨੂੰ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ। ਉਹਦੇ ਫੈਂਸੇ ਸੀ ਜਾਂ ਉਹਦਾ ਦੋਸਤ ਸੀ ਜਿਹੜਾ ਉਹਨੇ ਘਰ ਦੇ ਵਿੱਚ, ਔਰ ਉਹ ਖਰਬਪਤੀ ਆਦਮੀ ਹੈ। ਉਹਨਾਂ ਦੇ ਬਹੁਤ ਸਾਰੇ ਕਾਰੋਬਾਰ ਨੇ ਇਸ ਮੁਲਕ ਦੇ ਵਿੱਚ ਔਰ ਉਹਨੂੰ ਹੁਣ ਆ ਕੇ ਉਹਨੂੰ 2 ਸਜ਼ਾਏ ਮੌਤਾਂ ਹੋਈਆਂ। ਹੁਣ ਆਣ ਕੇ ਜਿਹੜਾ ਨਾ ਇੱਕ ਜੱਜ ਨੇ ਉਹਨੂੰ ਇੱਕ ਸਜ਼ਾ ਉਹਦੀ ਮਾफ़ ਕਰਤੀ ਗਈ ਔਰ ਦੂਸਰੀ ਸਜ਼ਾਏ ਮੌਤ ਉਹ ਉਮਰ ਕੈਦ ਕਰ ਦਿੱਤੀ ਗਈ ਉਹਨੂੰ, ਔਰ ਦੂਸਰੀ ਜਿਹੜੀ ਸੀ ਸਜ਼ਾ ਉਹਦੇ ਵਿੱਚ ਉਹਨੂੰ ਸਜ਼ਾਏ ਮੌਤ ਦੇ ਦਿੱਤੀ ਗਈ। ਜਿਹਦੇ ਵਿੱਚ ਇਹ ਸੀ ਕਿ ਉਹ ਹੁਣ ਕਮੈਂਟਸ ਜਿਹੜੇ ਦਿੱਤੇ ਜੱਜ ਨੇ ਉਹ ਬਹੁਤ ਹੀ ਬੁਰੇ ਦਿੱਤੇ ਕਿ ਇਹ ਜਿਹੜੀ ਸਜ਼ਾ ਮੈਂ ਇਸ ਲਈ ਉਮਰ ਕੈਦ 'ਚ ਵਰਤ ਰਿਹਾ ਕਿ ਖੁਦ ਉਹਦੇ ਘਰ ਗਈ ਸੀ। ਅਤੇ ਲਿਹਾਜ਼ਾ ਅੱਜ ਉਸ ਸਨਾ ਯੂਸਫ ਵਾਸਤੇ ਪ੍ਰੋਟੈਸਟ ਸੀ ਨੈਸ਼ਨਲ ਪ੍ਰੈਸ ਕਲੱਬ ਇਸਲਾਮਾਬਾਦ ਦੇ ਬਾਹਰ, ਜਿਹਦਾ ਸਰਬੰਧ ਕੀਤਾ ਸੀ ਫਰਜ਼ਾਨਾ ਬਾਰੀ ਸਾਹਿਬਾ। ਫਰਜ਼ਾਨਾ ਬਾਰੀ ਸਾਹਿਬ ਦਾ ਮੈਂ ਥੋੜ੍ਹਾ ਜਿਹਾ ਤਾਰਫ ਕਰਾ ਦਿਆਂ। ਫਰਜ਼ਾਨਾ ਬਾਰੀ ਸਾਹਿਬਾ ਕਾਇਦਮ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਔਰ ਇਹ ਆਪਣਾ ਜਿਹੜਾ ਉੱਥੇ ਪ੍ਰੋਫੈਸਰ ਵੀ ਨੇ ਔਰ ਇਹ ਔਰਤ ਮਾਰਚ ਜਿਹੜਾ ਨਾ ਉਹਦੀ ਸਰਬਰਾਹ ਨੇ। ਇਹ ਹਰ ਸਾਲ ਔਰਤ ਮਾਰਚ 8 ਮਾਰਚ ਨੂੰ ਕਰਦੇ ਨੇ ਔਰ ਹਰ ਔਰਤ ਮਾਰਚ ਦੇ ਉੱਤੇ ਇਹਨਾਂ ਨੂੰ ਪੁਲਿਸ ਫੜ ਵੀ ਲੈਂਦੀ ਹੈ। ਪੁਲਿਸ ਇਹਨਾਂ ਦੇ ਅੱਗੇ ਬੜੇ ਉਹ ਰੋੜੇ ਵੀ ਅਟਕਾਉਂਦੀ ਹੈ, ਬੜਾ ਇਹਨਾਂ ਨੂੰ ਮਾਰਕੋਟ। ਉੱਧਰੋਂ ਮੌਲਵੀਆਂ ਨੂੰ ਸ਼ਾਇਦ ਦੇ ਦਿੰਦੇ ਨੇ, ਮੌਲਵੀਆਂ ਮਦਰਸਿਆਂ ਦੇ ਬੱਚੇ ਆ ਜਾਂਦੇ ਨੇ, ਉਹ ਵੀ ਇਹਨਾਂ ਨੂੰ ਤੰਗ ਕਰਦੇ ਨੇ। ਲਿਹਾਜ਼ਾ ਅੱਜ ਦਾ ਜਿਹੜਾ ਮੁਜ਼ਾਹਰਾ ਸਨਾ ਯੂਸਫ ਵਾਸਤੇ ਜਿਹੜਾ ਪ੍ਰੋਟੈਸਟ ਹੈ, ਜਿਹੜਾ ਵਿਖਾਲਾ ਹੈ ਜਿਹਨੂੰ ਅਸੀਂ ਉਹ ਹੋਇਆ ਔਰ ਬੜੇ ਭਰਪੂਰ ਤਰੀਕੇ ਨਾਲ ਹੋਇਆ। ਉਹਦੇ ਵਿੱਚ ਵੂਮਨ ਐਕਸ਼ਨ ਫੋਰਮ ਔਰ ਸਿਵਲ ਸੁਸਾਇਟੀ ਦੀਆਂ ਬੀਬੀਆਂ ਔਰ HRCP ਔਰ ਕੁਛ ਸਿਆਸੀ ਲੋਕ ਵੀ ਸ਼ਾਮਲ ਸਨ, ਜਿਹਦੇ ਵਿੱਚ ਜ਼ਫਰ ਮਿਰਜ਼ਾ ਸਾਹਿਬ ਜਿਹੜੇ ਆਵਾਮ ਪਾਰਟੀ ਦੇ ਨੇ ਔਰ ਦੂਸਰੇ ਆਪਣਾ ਮਲਕ ਅਯੂਬ ਸਾਹਿਬ ਜਿਹੜੇ ਅਵਾਮੀ ਵਰਕਰ ਪਾਰਟੀ ਦੇ ਨੇ, ਉਹਨਾਂ ਵੀ ਹਿੱਸਾ ਲਿਆ ਔਰ ਇਹਦੀ ਅਗਵਾਈ ਸਾਰੀ ਫਰਜ਼ਾਨਾ ਬਾਰੀ ਸਾਹਿਬਾ ਨੇ ਕੀਤੀ। ਔਰ ਇਹਦੇ ਨਾਲ ਹੀ ਫਿਰ ਰੱਬ राखा और दोबारा कोई प्रोग्राम लेके हाजिर होगा। बहुत मेहरबानी, बहुत शुक्रिया। और बस वो समझते हैं कि वो एक कमोडिटी है, वो एक जिस्म है और उसके ऊपर कल्चर ने और आपके मज़हब ने मर्द को उसके ऊपर इख्तियार दे दिया है। पाकिस्तान की औरत, पाकिस्तान की ये नौजवान लड़कियाँ, पाकिस्तान के ये ख़वातीन और हर सोचने समझने वाला इंसान जो है वो ये कहता है कि ये औरत के ऊपर उसकी ज़िंदगी के में उसका इख्तियार जो है वो उसका है।
اسی لیے یہ نعرہ ہم نے لگایا، میرا جسم میری مرضی کا نعرہ، میری زندگی میرا اختیار کا نعرہ، جس کو اسی سماج نے، اور میں بہت افسوس سے کہوں گی کہ بعض اوقات میڈیا کے اندر بیٹھے ہوئے وہی ٹاکسک سوچ رکھنے والے لوگوں نے اس نعرے کو بھی ولگرائز کرنے کی کوشش کی، کہ جیسے جب عورت کہہ رہی ہے کہ میرا جسم میری مرضی، تو وہ کوئی مادر پدر آزادی چاہ رہی ہے یا وہ ننگا ہو کے پھرنے کی آزادی چاہ رہی ہے۔ اور پھر بہت سمجھایا، بہت وقت لگا یہ بتانے میں کہ جب عورت کہتی ہے کہ میرا جسم میری مرضی، تو تب ثنا یہ کہتی ہے کہ اگر میں نے سوشل میڈیا پہ اپنے طریقے سے بات کرنی ہے تو مجھے اس کا تحفظ ملنا چاہیے، یہ میری زندگی ہے، یہ میں فیصلہ کروں گی کہ مجھے کس طرح سے بات کرنی ہے، کن ایشوز پہ بات کرنی ہے، اور اس بات کو کس طرح سے رکھنا ہے اور کیا لباس پہننا ہے، یہ میرا چوائس ہے، اس کو کوئی ڈکٹیٹ نہیں کر سکتا۔ تو دوستو، روٹ کاز کی طرف آنا پڑے گا۔ یہ جو پدر شاہانہ سوچ جو ہے وہ دن بدن سرایت کر رہی ہے۔ 8 مارچ کو جب ہم اپنا دن منانے آتے ہیں تو پچھلے 5 سالوں سے ہمیں ڈنڈے مارے جاتے ہیں، ہم پہ FIR کٹتی ہیں، ہم پہ بلاسفیمی کے چارجز لگتے ہیں۔ یہ کون سا ملک ہے؟ یہ کون سی ریاست ہے؟ اس ریاست کو بدلنا ہوگا۔ اس ریاست کے اندر جو پدر شاہانہ سوچ ہے، ہمیں خوشی ہوئی کہ پہلی دفعہ شاید کسی کیس کے اندر IG نے آ کے بات کی کہ ہاں یہ ریپیٹڈ جو ہے وہ ریجیکشن کا کیس ہے، ورنہ یہی پولیس ہم دیکھتے ہیں کہ ایویڈنس خراب کرتی ہے اور پراپر طریقے سے پروسیکیوشن جو ہے وہ نہیں ہو پاتی ہے، اور ججز بڑے مزے سے کہہ دیتے ہیں کہ جی ہمارے پاس ثبوت نہیں ہے لہٰذا ہم نے ان کو آزاد چھوڑ دیا۔ ہم نے یہ دیکھا کہ بہت سارے کیسز کے اندر یہی ہوتا ہے، ججز کے ریمارکس۔ ابھی نور مقدم کا کیس جو 5 سال تک لڑتے رہے لوگ، اس کے خاندان والے لڑتے رہے، لیکن جج صاحب نے آخر میں جج نے اس کو سزا تو دی، لیکن ان کے ریمارکس پہ آپ غور کریں۔ اس کے اندر جو ہائی کورٹ نے شک لگائی تھی ابڈکشن کی، اس نے کہا کہ ابڈکشن تو نہیں اس کو کہیں گے کیونکہ وہ تو اپنی مرضی سے آئے گی، تو کنسنٹ ان کو نظر آ گئی اس کے آنے کی، پر اس کے جانے کی کنسنٹ اس کو نظر نہیں آئی۔ تو ہمارے ہاں ابھی بھی جوڈیشری میں وہ مائنڈ سیٹ بیٹھا ہوا ہے، ہماری پولیس میں وہ مائنڈ سیٹ ہے، اور یہ ریاست کے وہ بھیانک چہرے ہیں جو پاکستان کی عورت اب ان چہروں کو مزید دیکھنا نہیں چاہتی ہے۔ اگر ریاست نے عوام کے ساتھ اور پاکستان کی 12 کروڑ عورتوں کے ساتھ اپنا کوئی رشتہ قائم رکھنا ہے تو ان کو ان اداروں کو بدلنا ہوگا، انصاف جو ہے اس کو اسپیڈی جسٹس بنانا ہوگا، اور اس وقت پاکستان کے اندر ایک نیشنل ایمرجنسی ڈکلیئر کرنے کی ضرورت ہے۔ جینڈر وائلنس جو ہے وہ اتنا زیادہ ہو رہا ہے کہ آپ اس پہ آج بھی کبھی ایک سیشن آپ نے دیکھا اس پارلیمنٹ کے اندر کہ اس ایشو پہ ہوا ہو کہ کیا وجہ ہے کہ ہمارے بچوں کے ساتھ سیکچول ابیوز ہو رہا ہے، ٹرانس کے ساتھ ہو رہا ہے، عورتوں کے ساتھ ہو رہا ہے، غیر مسلم پاکستانیوں کے ساتھ ہو رہا ہے۔ کبھی آپ نے دیکھا کہ پارلیمنٹ میں اس کے اوپر کوئی کمیٹی بیٹھی ہو، اس کے اوپر کسی نے گفتگو کی ہو، اس کے اوپر کوئی نیشنل پلان بنا ہو؟ یہ وہ معاملہ ہے کیونکہ پاکستان کی عورت جو ہے اس کو ریاست بھی وہ سمجھتی ہے کہ وہ میٹر نہیں کرتی ہے، وہ دوسرے درجے کی شہری ہے۔ آج بھی وہ قوانین موجود ہیں جو ضیاء الحق کے لائے ہوئے قوانین ہیں، جو 2 عورتوں کو ایک مرد کے برابر سمجھتے ہیں، جو آج بھی قصاص اندیت کا قانون آپ کیسے قائم رکھ سکتے ہیں؟ وہ سماج جس کے اندر اتنا طبقاتی تفریق ہے، جہاں پہ ظلم کرنے والا ہمیشہ معاشی طور پہ، سماجی طور پہ ظالم جو مظلوم ہے اس سے زیادہ وہ برتر پوزیشن میں ہوتا ہے، اور وہاں آپ کے قصاص اندیت کا قانون رکھتے ہیں تاکہ وہ پیسہ دے کے، لالچ دے کے، تھریٹ دے کے پھر لوگ جو ہے وہ پیچھے ہٹ جاتے ہیں، اور پھر آپ کہتے ہیں اور یہ عورتیں جو ہیں انہوں نے تو ان مردوں کی اور بھی بڑی ذمہ داری، ان پہ اور بھی بڑی ذمہ داری عائد ہوتی ہے جو کہ ایک صنفی حساسیت کی سوچ رکھتے ہیں، اور یہ کوئی پہلا واقعہ نہیں ہے۔ آپ یہ دیکھیں کہ ہم ہر واقعے کے اوپر جب بھی کسی عورت کے ساتھ جینڈر بیس وائلنس ہوتا ہے، اس کا ریپ ہوتا ہے، اس کا قتل ہوتا ہے، ہم لوگ چیختے ہیں، چلاتے ہیں، آتے ہیں، ساری ان چیزوں کی نشاندہی کرتے ہیں، کیونکہ جو روٹ کاز ہے اس کی طرف کوئی توجہ نہیں دے رہا ہے۔ یہ پاکستان کی ریاست جو خود ایک پدر شاہانہ ریاست ہے، جو ہر موقع کے اوپر ہم دیکھتے ہیں کہ الٹیمیٹلی جب انصاف کی بات آتی ہے، سب سے پہلے جہاں بھی عورتوں کے ساتھ ظلم ہوتا ہے، آپ دیکھیں کہ جینڈر بیس وائلنس کے اندر ایک کلچر آف امپیونٹی جو ہے وہ ایگزسٹ کرتا ہے۔ یہ آج اور 0.5% جو ہے وہ کنوکشن ریٹ ہے۔ شرم آنی چاہیے اس ملک میں۔ 12 کروڑ عورتیں ہیں اور ہر تیسری عورت
किसी न किसी हवाले से सिंफी तशद्दुद का शिकार है, चाहे वो डोमेस्टिक वायलेंस हो, चाहे वो कम्युनिटी बेस्ड वायलेंस हो, चाहे वो कारोकारी हो, चाहे वो कल्चरल वायलेंस हो, चाहे वो मज़हब की बुनियाद के ऊपर लोगों के ऊपर वायलेंस किया जा रहा है, मजहबी अक़लियतों के ऊपर वायलेंस हो रहा है, यहाँ पे नॉन मुस्लिम पाकिस्तानियों के ऊपर, ट्रांसजेंडर के ऊपर। तो रियासत हमारी क्या कर रही है? इस समाज की इस सोच को, इस टॉक्सिक मैस्कुलिनिटी को, इस सोच को जो औरत को आधी रात को आजादी, सुनसान सड़क पे आजादी, अपने घर में आजादी, इजहार की लेंगे आजादी, इनकार 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 की लेंगे आजादी, ना करने की आजादी, ना करने की आजादी, औरत का नारा आजादी, औरत का नारा आजादी, मेरा जिस्म मेरी मर्जी, मेरा जिस्म मेरी मर्जी, मेरा जिस्म मेरी मर्जी, मेरी नहीं तो किसकी मर्जी, मेरी नहीं तो किसकी मर्जी, मेरा जिस्म मेरी मर्जी, मेरा जिस्म मेरी मर्जी, नूर का जिस्म किसकी मर्जी, नूर का जिस्म किसकी मर्जी, सन्ना का जिस्म किसकी मर्जी, मेरा जिस्म मेरी मर्जी, मेरा जिस्म मेरी मर्जी, मेरा जिस्म मेरी मर्जी। साथियों, आज आप सबने यहाँ पे आके इस मासूम बच्ची की, जिसकी तस्वीर इस वक्त हमारे हाथों में मौजूद है, आज आप सबने इसका साथ देके इस शहर में, इस जगह पे आके रियासत को भी और रियासत के साथ साथ जो भी वो तमाम लोग जो कि इस नाहक खून को सेलिब्रेट कर रहे हैं, जो इस नाहक खून के बारे में ये कह रहे हैं क्योंकि वो बच्ची टिकटॉकर थी तो उसका ये कत्ल जायज़ बनता था, उन लोगों के मुंह पे यहाँ आके आपने एक तमाचा मारा है कि बिल्कुल भी जायज़ नहीं है। हम सब के सब जो यहाँ पे मौजूद हैं, हम सब की अपनी एक शनाख्त बहैसियत इंसान, बहैसियत एक औरत, बहैसियत एक पाकिस्तानी की भी है। वो बच्ची अगर टिकटॉकर थी तो इसका मतलब ये नहीं था कि वो अनाज नहीं खाती थी जो अनाज हम लोग खाते हैं। अगर वो बच्ची टिकटॉकर थी तो इसका मतलब ये नहीं था कि वो उस फजा में सांस नहीं लेती जिस फजा में हम सब सांस लेते हैं। वो बच्ची अगर टिकटॉकर थी तो इसका मतलब ये नहीं था कि उसने अपनी माँ की कोख में 9 महीने नहीं जो है वो पली होगी। वो अगर टिकटॉकर थी तो इसका मतलब ये नहीं था कि वो इंसान नहीं थी, वो इंसान थी। और उस इंसान का, उस मासूम 17 साला बच्ची का सिर्फ इसलिए नाहक कत्ल कर देना क्योंकि उसने इनकार करने की जुर्रत की, क्योंकि उसने ना करने की जुर्रत की। इस ना के लिए आज हम यहाँ पे सब इकट्ठे हुए हैं। मैं इस्लामाबाद की आवाम को, बाशऊर आवाम को बड़े अफसोस के साथ यही भी कहती चलूँगी कि हमें अफसोस है कि हमें आज अपने इन मासूम बच्चों के लिए भी यहाँ पे आना पड़ रहा है। हमें अफसोस है कि हमें आज इस इतनी प्यारी एक छोटी सी जान के छीन जाने पे हमें यहाँ इकट्ठा होना पड़ रहा है। आपको याद होगा 4 साल पहले इसी ईद के दौरान हमसे नूर मुकद्दम छीनी गई थी। ये वही वो जगह है जहाँ पे नूर मुकद्दम मौजूद थी, जिसने हमारे साथ एक प्रोटेस्ट में हिस्सा लिया था। हम जब इसी जगह पे जब उसको प्रोटेस्ट करने आए थे तब हमारी आंखें भी नम थी और हमारा दिल भी गमज़दा था। मुझे पता है कि आज इस दिन के बाद से आगे कई दिन, कई साल हम तमाम औरतें इस तकलीफ से गुजरती रहेंगी। हमें ये तकलीफ अंदर अंदर से खाए जा रही है क्योंकि हमने एक नहीं कई लाशें उठाई हैं। लेकिन अब मेरे साथ मैं ये पैगाम देना चाहूँगी औरत मार्च इस्लामाबाद की तरफ से कि जेंडर बेस्ड वायलेंस, पेट्रियार्कल वायलेंस, इसकी इस लड़ाई में अब मर्दों को अपना एक किरदार अदा करना पड़ेगा। हम औरतों ने कई सालों से यह बर्डन उठाया है अपने ऊपर। हम मातम भी करें, हम जाने भी गंवाएं, हम आए, हम कत्ल भी हो और फिर हम ही अपने ऑपरेशन से खुद को आज़ाद कराने की जिदोजहद भी लड़ें। अब मर्दों को निकलना पड़ेगा। अब आपको अपनी आवाज़ उठानी पड़ेगी क्योंकि ये मर्द जो दरिंदे हो गए हैं ये आप ही की सुनेंगे क्योंकि हमारी आवाज़ इन तक नहीं पहुंचती।
मैं इसके बाद ये जो प्रोग्राम है, ये जो प्रोटेस्ट है, इसको कंडक्ट कर। जुल्म के ये ज़ाब्ते हम नहीं मानते, जुल्म के ये ज़ाब्ते हम नहीं मानते। साथियों, आप लोगों का शुक्रिया। आप ही लोग हैं जिनकी वजह से हमारा इंसानियत पे बचा कुचा भरोसा कायम रहता है। 2 जून के दिन एक 17 साला बच्ची सना यूसुफ को उसके घर में आकर बेरहमी और बेदर्दी के साथ कत्ल कर दिया गया, और उसके बाद वो जालिम दरिंदा आराम से गली में पैदल चलते हुए अपने रास्ते हो लिया। वो नहीं भागा। क्यों? क्योंकि वो किससे भाग रहा था? क्योंकि उसे पता था कि उसको भागने की ज़रूरत ही नहीं है। इसके पीछे ये एक आइसोलेटेड इंसिडेंट नहीं है, ये एक आइसोलेटेड इंसिडेंट नहीं था। इसके पीछे अब मैं दावत दूंगी गिलगित बल्तिस्तान से ताल्लुक़ रखने वाली परवीन अशरफ साहिबा को कि प्लीज़ वो आएँ और अपने ख्यालात का इज़हार करें। अस्सलाम वालेकुम। इस कदर दिल खराश और तकलीफदेह ये अमल है कि बच्चियाँ महफूज नहीं हैं अपने घर पर, महफूज नहीं है अपने घर वालों से, गली में नहीं है महफूज, स्कूल में नहीं है महफूज, मदरसों में नहीं है महफूज, तो वो बुर्का पहनने वाली भी तो महफूज नहीं है। सती जो बनती थी वो भी तो महफूज नहीं थी, वो कौन सी टिक टॉकर होती थी। और आप जाने, मैं आपको यकीन से कहती हूँ कि सना यूसुफ एक बहुत ही डिग्निफाइड, बहुत ही बावकार यंग इंसान थी जो अपने कैरियर को मेडिकल की परसू करना चाहती थी और बहुत सारा माशरे के लिए काम करना चाहती थी, अपने बैकवर्ड इलाकों के लिए वो, और ख़वातीन और बच्चों के लिए और लड़के लड़कियों के लिए काम करना चाहती थी। तो उनको पर्सनली जानती थी। वो बच्ची जहाँ भी जाती थी वो बहुत ही अपनी कम्युनिटी के कामों में आगे आगे होती थी। मैंने जो अभी बात की है ये बिल्कुल सही बात है कि वो चित्राल से थी सना, हमारी बहन, और उसको हम नहीं भूलेंगे। जैसे हम सैकड़ों और हज़ारों लड़कियां और औरतों को हमने नहीं भूला है। हम में से कुछ तो 30-40 साल से ये लड़ाई लड़ रहे हैं। और बस मैं मीडिया से कहूँगी और सारे ऑर्गेनाइजेशंस जो सब यहाँ मौजूद हैं, सब लोग सना यूसुफ की याद ताज़ा रखेंगे। सना यूसुफ को पाकिस्तान के नजरिए ने मारा है, और ये कौन सा नजरिया है? एक इस तरह का नजरिया जो औरतों को अपनी प्रॉपर्टी समझता है, इस तरह का नजरिया जो उनको अपना एक ऑब्जेक्ट समझता है। यहाँ बात हमारी जब आती है नजरिए में औरत से, यहाँ हमें नफरत है, पर सिर्फ कोई आम नफरत नहीं है, हमें इस नफरत की हायरार्की मिलती है कि एक औरत अगर नेक लगे, उन्हें लगे कि वो पर्देदार है, तो वो फिर आपकी एम्पैथी और आपके अफसोस के लायक है। अगर उस औरत की आवाज़ हो, उसकी अपनी शनाख्त हो, उसकी अपनी एक वॉइस हो, उसकी प्रेजेंस हो, तो हम उससे नफरत करते हैं। ये एक कॉन्सेप्ट है परफेक्ट विक्टिम का जो हमें अब टाइम है कि हम ख़त्म कर दें। अ विक्टिम इज़ अ विक्टिम और अ सर्वाइवर इज़ अ सर्वाइवर। आप कौन होते हैं कहने के लिए कि नहीं? इसके लिए हमें अफसोस